ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਏਸੈਕਸ਼ੂਅਲ ਰੀਪਰੋਡਕਸ਼ਨ ਇਨ ਸਮ ਅਦਰ ਆਰਗੈਨਿਜ਼ਮਸ। ਕਿ ਹੁਣ ਜਿਹੜੇ ਬਾਕੀ ਆਰਗੈਨਿਜ਼ਮਸ ਹੁੰਦੇ ਆ, ਜਿਵੇਂ ਪਲਾਂਟਸ ਵਿੱਚ ਤਾਂ ਏਸੈਕਸ਼ੂਅਲ ਰੀਪਰੋਡਕਸ਼ਨ ਕਿਵੇਂ ਹੁੰਦੀ ਹੈ ਉਹ ਆਪਾਂ ਪੜ੍ਹ ਲਿਆ। ਹੁਣ ਜਿਹੜੇ ਬਾਕੀ ਅਦਰ ਆਰਗੈਨਿਜ਼ਮਸ ਹੈ, ਅਦਰ ਆਰਗੈਨਿਜ਼ਮ ਵਿੱਚ ਕੌਣ ਕੌਣ ਆ ਜਾਊਗਾ, ਜਿਵੇਂ ਕਿ ਸਪਾਇਰੋਗੈਰਾ, ਅਮੀਬਾ, ਫੰਜਾਈ, ਇਹ ਸਾਰੇ ਜਿਹੜੇ ਹੈਗੇ ਆ ਇਹ ਰੀਪਰੋਡਕਸ਼ਨ ਕਿਵੇਂ ਕਰਦੇ ਆ, ਏਸੈਕਸ਼ੂਅਲ ਰੀਪਰੋਡਕਸ਼ਨ ਕਿਵੇਂ ਕਰਦੇ ਆ, ਆਪਾਂ ਉਹਦੇ ਬਾਰੇ ਪੜ੍ਹਨਾ। ਤਾਂ ਫਸਟ ਆਫ ਆਲ ਆਪਣੇ ਕੋਲ ਆ ਗਿਆ ਫਰੈਗਮੈਂਟੇਸ਼ਨ। ਫਰੈਗਮੈਂਟੇਸ਼ਨ ਕੀ ਹੈ, ਇਹ ਇੱਦਾਂ ਦੀ ਟਾਈਪ ਆਫ ਰੀਪਰੋਡਕਸ਼ਨ ਹੈ ਜੋ ਮੇਨਲੀ ਆਪਾਂ ਨੂੰ ਸਪਾਇਰੋਗਾਇਰਾ ਇੱਕ ਇੱਦਾਂ ਦਾ ਮਤਲਬ ਕਿ ਆਰਗੈਨਿਜ਼ਮ ਹੈ। ਇਹ ਸਪਾਇਰੋਗਾਇਰਾ ਵਿੱਚ ਆਪਾਂ ਨੂੰ ਕਿਹੜਾ ਮਤਲਬ ਰੀਪਰੋਡਕਸ਼ਨ ਦੇਖਣ ਨੂੰ ਮਿਲਦਾ, ਫਰੈਗਮੈਂਟੇਸ਼ਨ ਰੀਪਰੋਡਕਸ਼ਨ। ਅਤੇ ਇਫ ਸਪਾਇਰੋਗਾਇਰਾ ਐਕਚੁਅਲੀ ਕੀ ਹੁੰਦਾ, ਇੱਕ ਫਿਲਾਮੈਂਟਸ ਗ੍ਰੀਨ ਐਲਗੇ ਹੁੰਦਾ, ਠੀਕ ਹੈ। ਇਹਦੇ ਵਿੱਚ ਕੀ ਹੋਊਗਾ ਕਿ ਜਿਹੜੀ ਬਾਡੀ ਹੁੰਦੀ ਹੈ ਨਾ ਐਲਗੇ ਦੀ, ਆ ਪੂਰੀ ਬਾਡੀ ਹੁੰਦੀ ਹੈ, ਇਹ ਬਾਡੀ ਕੀ ਹੈ 2 ਪੀਸਿਸ ਸਮਾਲ ਫਰੈਗਮੈਂਟਸ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ। ਡਿਵਾਈਡ ਹੋਣ ਤੋਂ ਬਾਅਦ ਮਤਲਬ ਇਹ ਏਸੈਕਸ਼ੂਅਲ ਰੀਪਰੋਡਕਸ਼ਨ ਜਦੋਂ ਹੁੰਦੀ ਹੈ, ਉਸ ਤੋਂ ਬਾਅਦ ਇਹ ਜਿਹੜਾ ਸਪਾਇਰੋਗੈਰਾ ਇਹ 2 ਮਤਲਬ ਕਿ ਫਰੈਗਮੈਂਟਸ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ। ਫਿਰ ਬਾਅਦ 'ਚੋਂ ਫਰਦਰ ਜਿਹੜਾ ਇਹ ਫਰੈਗਮੈਂਟ ਹੈ ਇਹ ਇੱਕ ਨਿਊ ਇੰਡੀਵਿਜੂਅਲ ਵਿੱਚ ਕਨਵਰਟ ਹੋ ਜਾਂਦਾ ਹੈ। ਇਹ ਨਿਊ ਇੰਡੀਵਿਜੂਅਲ ਬਣ ਗਿਆ, ਇਹ ਨਿਊ ਇੰਡੀਵਿਜੂਅਲ ਬਣ ਗਿਆ, ਮਤਲਬ ਇੱਕ ਪੈਰੈਂਟ ਦੇ ਗਾਂ 2 ਡਾਟਰ ਆ ਗਏ, ਜਾਂ ਡਾਟਰ ਮਤਲਬ 2 ਉਹਦੇ ਉਹ ਆ ਗਏ, ਠੀਕ ਹੈ, 2 ਸੇਮ ਕਾਈਂਡ ਦੇ ਆ ਗਏ ਉਹਦੇ। ਨੈਕਸਟ ਆ ਗਿਆ ਆਪਣੇ ਕੋਲ ਬਾਈਨਰੀ ਫਿਜ਼ਨ। ਬਾਈਨਰੀ ਫਿਜ਼ਨ ਵੀ ਇੱਕ ਫਾਰਮ ਆਫ ਰੀਪਰੋਡਕਸ਼ਨ ਹੈ। ਬਾਈਨਰੀ ਫਿਜ਼ਨ ਆਪਾਂ ਨੂੰ ਕਿੱਥੇ ਦਿਖਦੀ ਹੈ, ਯੂਨੀਸੈਲੂਲਰ ਆਰਗੈਨਿਜ਼ਮ। ਯੂਨੀਸੈਲੂਲਰ ਮਤਲਬ ਜਿਹੜੇ ਸੇਮ ਕਾਈਂਡ ਆਫ ਸੈਲਸ ਨੂੰ ਜੋੜ ਕੇ ਬਣੇ ਹੁੰਦੇ ਉੱਦਾਂ ਦੇ ਆਰਗੈਨਿਜ਼ਮ ਵਿੱਚ ਆਪਾਂ ਨੂੰ ਬਾਈਨਰੀ ਫਿਜ਼ਨ ਦਿਖਦੀ ਹੈ, ਜਿਵੇਂ ਕਿ ਬੈਕਟੀਰੀਆ ਐਂਡ ਯੂਗਲੇਨਾ। ਬੈਕਟੀਰੀਆ ਯੂਗਲੇਨਾ ਵਿੱਚ ਆਪਾਂ ਨੂੰ ਕਿਹੜੀ ਮਤਲਬ ਰੀਪਰੋਡਕਸ਼ਨ, ਏਸੈਕਸ਼ੂਅਲ ਰੀਪਰੋਡਕਸ਼ਨ ਦਿਖਦੀ ਹੈ, ਬਾਈਨਰੀ ਫਿਜ਼ਨ। ਇਹਦੇ ਵਿੱਚ ਕੀ ਹੁੰਦਾ ਕਿ ਇੱਕ ਪੈਰੈਂਟ ਸੈੱਲ ਹੁੰਦਾ, ਪੈਰੈਂਟ ਸੈੱਲ ਕੀ ਹੈ ਅੱਗੇ 2 ਜਿਹੜੇ ਹੈਗੇ ਆ 2 ਡਾਟਰ ਸੈਲਸ ਦੇ ਵਿੱਚ ਡਿਵਾਈਡ ਹੁੰਦਾ। ਡਾਟਰ ਸੈਲਸ ਹੀ ਬੋਲਦੇ ਆ, ਸਨ ਸੈਲਸ ਨਹੀਂ ਬੋਲਣਾ, ਠੀਕ ਹੈ। ਡਾਟਰ ਸੈਲਸ ਹੀ ਹੁੰਦੇ ਆ, ਜਦੋਂ ਕੋਈ ਇੱਕ ਪੈਰੈਂਟ ਹੋਊਗਾ, ਪੈਰੈਂਟ ਤੋਂ ਜੋ ਨਿਊ ਡਿਵੀਜ਼ਨ ਬਣੂਗੀ ਉਹਨਾਂ ਨੂੰ ਡਾਟਰ ਸੈਲਸ ਹੀ ਬੋਲਦੇ ਆ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਨਿਊਕਲੀਅਸ ਹੁੰਦਾ, ਕੋਈ ਵੀ ਮੰਨ ਲਓ ਇਹਦਾ ਸਾਈਟੋਪਲਾਜ਼ਮ ਵਗੈਰਾ ਹੈ, ਜੋ ਨਿਊਕਲੀਅਸ ਵਗੈਰਾ ਹੁੰਦਾ ਉਹ ਫਰਦਰ ਡਿਵਾਈਡ ਹੁੰਦਾ। ਇਹਦੇ ਸਾਈਟੋਪਲਾਜ਼ਮ ਪਹਿਲਾਂ ਦੇਖੋ ਡਿਵਾਈਡ ਹੋਏ ਕਾਫੀ ਸਾਰੇ, ਮਤਲਬ ਨਿਊਕਲੀਅਸ ਅਲੱਗ-ਅਲੱਗ ਬਣ ਗਏ। ਫਿਰ ਨਿਊਕਲੀਅਸ ਅਲੱਗ-ਅਲੱਗ ਬਣਨ ਤੋਂ ਬਾਅਦ 2 ਬਾਡੀਜ਼ ਡਿਫਰੈਂਟ ਬਣ ਗਈਆਂ। ਫਿਰ 2 ਬਾਡੀਜ਼ ਬਾਅਦ 'ਚੋਂ ਕੀ ਹੈ ਡਿਫਰੈਂਸ਼ੀਏਟ ਵੱਖਰੀਆਂ ਵੱਖਰੀਆਂ ਹੋ ਗਿਆ। ਮਤਲਬ ਇੱਕ ਪੈਰੈਂਟ ਸੈੱਲ ਤੋਂ 2 ਡਾਟਰ ਨਿਊਕਲੀਆਈ, 2 ਡਾਟਰ ਸੈਲਸ ਕੀ ਹੈ ਬਾਈਨਰੀ ਫਿਜ਼ਨ ਨਾਲ ਕ੍ਰੀਏਟ ਹੋ ਗਏ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਬਡਿੰਗ। ਬਡਿੰਗ ਵਿੱਚ ਕੀ ਹੁੰਦਾ, ਬਡਿੰਗ ਵਿੱਚ ਨਾ ਮਤਲਬ ਕਿ ਜਿਵੇਂ ਯੀਸਟ ਵਗੈਰਾ ਵਿੱਚ ਬਡਿੰਗ ਮੇਨਲੀ ਹੁੰਦੀ ਹੈ। ਬਡਿੰਗ ਵਿੱਚ ਇਹਦੇ ਉੱਪਰ ਨਾ ਇੱਕ ਇੱਦਾਂ ਦਾ ਬਡ ਬਣ ਜਾਂਦਾ ਹੁੰਦਾ, ਬਡ ਲਾਈਕ ਸਟਰਕਚਰ, ਇੱਕ ਆਊਟਗਰੋਥ ਸਟਰਕਚਰ ਜੀ ਮਤਲਬ ਬਣ ਜਾਂਦੀ ਹੈ ਬਾਡੀ, ਪੈਰੈਂਟ ਬਾਡੀ ਦੇ ਉੱਪਰ। ਇਹ ਪੈਰੈਂਟ ਸੈੱਲ ਹੈ, ਪੈਰੈਂਟ ਸੈੱਲ ਦੇ ਉੱਪਰ ਹੌਲੀ ਹੌਲੀ ਇੱਦਾਂ ਦੀ ਕੀ ਇੱਕ ਆਊਟਗਰੋਥ ਸਟਰਕਚਰ ਬਣ ਜਾਂਦੀ ਹੈ। ਇਹ ਬਡ ਕੀ ਹੈ ਹੌਲੀ ਹੌਲੀ ਸਾਈਜ਼ ਵਿੱਚ ਵੱਡਾ ਹੁੰਦਾ ਜਾਂਦਾ ਹੈ, ਹੌਲੀ ਹੌਲੀ ਵੱਡਾ ਹੋਇਆ ਪੂਰਾ ਵੱਡਾ ਹੋ ਕੇ ਕੀ ਹੈ ਇਹ ਬਾਡੀ ਜਿਹੜੀ ਪੈਰੈਂਟ ਬਾਡੀ ਤੋਂ ਬਿਲਕੁਲ ਵੱਖਰਾ ਹੋ ਜਾਂਦਾ ਹੈ। ਵੱਖਰਾ ਹੋ ਕੇ ਇੱਕ ਨਵਾਂ ਹੀ ਮਤਲਬ ਸੈੱਲ, ਨਵਾਂ ਹੀ ਆਰਗੈਨਿਜ਼ਮ ਬਣ ਜਾਂਦਾ ਹੈ, ਠੀਕ ਹੈ। ਤਾਂ ਇਹ ਪੂਰਾ ਪ੍ਰੋਸੈਸ ਕਾਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ, ਫੰਗਸ ਵਿੱਚ ਜਾਂ ਯੀਸਟ ਵਿੱਚ। ਫੰਗਸ ਜਾਂ ਯੀਸਟ ਜਿਹੜੇ ਯੂਨੀਸੈਲੂਲਰ ਆਰਗੈਨਿਜ਼ਮਸ ਹੈ ਇਹ ਕਿਹੜਾ ਪ੍ਰੋਸੈਸ ਸ਼ੋ ਕਰਦੇ ਆ, ਬਡਿੰਗ ਦਾ ਪ੍ਰੋਸੈਸ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸੈਕਸ਼ੂਅਲ ਰੀਪਰੋਡਕਸ਼ਨ ਇਨ ਪਲਾਂਟਸ। ਇਹ ਤਾਂ ਆਪਾਂ ਸਾਰਾ ਕੁਝ ਪੜ੍ਹ ਚੁੱਕੇ ਹਾਂ ਕਿ ਏਸੈਕਸ਼ੂਅਲ ਰੀਪਰੋਡਕਸ਼ਨ ਪਲਾਂਟਸ ਵਿੱਚ ਕਿਵੇਂ ਹੁੰਦੀ ਹੈ ਅਤੇ ਏਸੈਕਸ਼ੂਅਲ ਰੀਪਰੋਡਕਸ਼ਨ ਅਦਰ ਮਾਈਕਰੋ ਆਰਗੈਨਿਜ਼ਮਸ ਵਿੱਚ ਕਿਵੇਂ ਹੁੰਦੀ ਹੈ। ਹੁਣ ਆਪਾਂ ਰੀਡ ਕਰਨਾ ਸੈਕਸ਼ੂਅਲ ਰੀਪਰੋਡਕਸ਼ਨ ਪਲਾਂਟਸ ਵਿੱਚ ਕਿਵੇਂ ਹੁੰਦੀ ਹੈ। ਮੇਨ ਡਿਫਰੈਂਸ ਕੀ ਹੈ ਏਸੈਕਸ਼ੂਅਲ ਅਤੇ ਸੈਕਸ਼ੂਅਲ ਵਿੱਚ। ਏਸੈਕਸ਼ੂਅਲ ਰੀਪਰੋਡਕਸ਼ਨ ਵਿੱਚ ਓਨਲੀ 1 ਪੈਰੈਂਟ ਦੀ ਲੋੜ ਪੈਂਦੀ ਸੀਗੀ, ਠੀਕ ਹੈ। ਬਟ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਆਪਾਂ ਨੂੰ ਕੀ ਹੈ 2 ਪੈਰੈਂਟਸ ਦੀ ਲੋੜ ਪੈਣੀ ਹੈ। 2 ਪੈਰੈਂਟਸ ਦੀ ਹੈਲਪ ਨਾਲ ਇੱਕ ਕੀ ਹੈ ਮਤਲਬ ਨਿਊ ਉਹਦੇ ਟਾਈਪ ਦਾ ਮਤਲਬ ਕਿ ਜਿਹੜਾ ਹੈਗਾ ਉਹ ਰੀਪਰੋਡਿਊਸ ਕਰੂਗਾ, ਠੀਕ ਹੈ। ਤਾਂ ਸੈਕਸ਼ੂਅਲ ਰੀਪਰੋਡਕਸ਼ਨ ਕੀ ਹੈ, ਕਾਮਨਲੀ ਜਿਹੜੀ ਹੁੰਦੀ ਕਿਹੜੇ ਪਲਾਂਟਸ ਵਿੱਚ ਹੁੰਦੀ ਹੈ, ਫਲਾਵਰਿੰਗ ਪਲਾਂਟਸ। ਜਿਹੜੇ ਪਲਾਂਟਸ ਵਿੱਚ ਫਲਾਵਰਸ ਵਗੈਰਾ ਹੁੰਦੇ ਆ ਉਹਨਾਂ ਵਿੱਚ ਆਪਾਂ ਨੂੰ ਸੈਕਸ਼ੂਅਲ ਰੀਪਰੋਡਕਸ਼ਨ ਦੇਖਣ ਨੂੰ ਮਿਲੂਗੀ। ਤਾਂ ਫਲਾਵਰ ਕੀ ਹੈ, ਇੱਕ ਇੱਦਾਂ ਦੀ ਫਾਰਮ ਹੈ ਜਿਹੜੀ ਪਲਾਂਟ ਨੂੰ ਇੱਕ ਫਲੋਰਲ ਪਾਰਟਸ ਮਤਲਬ ਕੀ ਹੁੰਦੀ ਹੈ ਇੱਕ ਵੱਖਰੀਆਂ ਪਾਰਟਸ ਵਿੱਚ ਬਣਾ ਦਿੰਦੇ ਆ ਫਲਾਵਰ ਜਿਹੜੇ ਹੁੰਦੇ ਆ। ਅਤੇ ਜਿਹੜੇ ਫਲਾਵਰਸ ਹੀ ਹੁੰਦੇ ਆ ਫਲਾਵਰਸ ਦੀ ਰੀਪਰੋਡਕਸ਼ਨ ਵਿੱਚ ਹੈਲਪਫੁਲ ਹੁੰਦੇ ਆ, ਠੀਕ ਹੈ। ਤਾਂ ਇਹਨਾਂ ਨੂੰ ਆਪਾਂ ਰੀਪਰੋਡਕਟਿਵ ਆਰਗਨਸ ਆਫ ਪਲਾਂਟ ਵੀ ਕਹਿ ਸਕਦੇ ਹਾਂ। ਰੀਪਰੋਡਕਟਿਵ ਆਰਗਨ ਕਿਉਂ, ਕਿਉਂਕਿ ਫਲਾਵਰਸ ਤੋਂ ਅੱਗੇ ਹੀ ਨਿਊ ਜਨਰੇਸ਼ਨ ਨੇ ਮਤਲਬ ਪੈਦਾ ਹੋਣਾ, ਤਾਂ ਫਲਾਵਰਸ ਨੂੰ ਕੀ ਕਹਿਣ ਲੱਗ ਗਈ, ਰੀਪਰੋਡਕਟਿਵ ਆਰਗਨਸ ਆਫ ਪਲਾਂਟਸ, ਠੀਕ ਹੈ। ਤਾਂ ਜਿਹੜੇ ਫਲਾਵਰਸ ਹੈ ਉਹ ਸੀਡਸ ਪ੍ਰੋਡਿਊਸ ਕਰਦੇ ਹੈ। ਜਦੋਂ ਇੱਕ ਸੀਡ ਬਣ ਜਾਂਦਾ ਆਪਾਂ ਸੀਡ ਨੂੰ ਮਿੱਟੀ ਵਿੱਚ ਬੋ ਦਿੰਦੇ ਹਾਂ ਤਾਂ ਉਹ ਕੀ ਇੱਕ ਨਿਊ ਪਲਾਂਟ ਨੂੰ ਗਰੋ ਕਰਦਾ, ਠੀਕ ਹੈ। ਤਾਂ ਫਲਾਵਰ ਤੋਂ ਕੀ ਬਣਿਆ, ਫਲਾਵਰ ਤੋਂ ਬਣਿਆ ਇੱਕ ਸੀਡ, ਸੀਡ ਤੋਂ ਬਣਿਆ ਇੱਕ ਨਿਊ ਪਲਾਂਟ। ਤਾਂ ਫਲਾਵਰ ਨੂੰ ਆਪਾਂ ਕੀ ਕਹਿਣ ਲੱਗ ਗਏ, ਰੀਪਰੋਡਕਟਿਵ ਆਰਗਨ ਆਫ ਪਲਾਂਟਸ, ਠੀਕ ਹੈ। ਫਲਾਵਰ ਕੀ ਹੈ, ਫਲਾਵਰ ਦੇ ਜਿਹੜਾ ਹੁੰਦਾ ਹੈ ਉਹਦੇ ਬਿਲਕੁਲ ਟਿਪ ਨੂੰ, ਫਲਾਵਰ ਦੇ ਬਿਲਕੁਲ ਟਿਪ ਨੂੰ ਬੋਲਦੇ ਆ ਪੈਡਿਸਲ, ਠੀਕ ਹੈ। ਪੈਡਿਸਲ
ਤੇ ਪੈਂਡੂਸਲ ਜਿਹੜਾ ਹੁੰਦਾ ਉਹ ਆਪਾਂ ਵਰਡ ਬੋਲਦੇ ਜਦੋਂ ਬਹੁਤ ਸਾਰੇ ਟਿਪਸ ਮਤਲਬ ਇਕੱਠੀ ਹੈ, ਫਲਾਵਰ ਪੂਰਾ ਹੈ, ਇੱਦਾਂ ਫਲਾਵਰ ਪੂਰਾ ਬਹੁਤ ਸਾਰੇ ਟਿਪਸ ਬਣ ਗਈਆਂ ਉਹਦੀਆਂ, ਤਾਂ ਉਹਨੂੰ ਆਪਾਂ ਪੈਂਡੂਸਲਸ ਬੋਲਦੇ ਹਾਂ, ਠੀਕ ਹੈ। ਅਤੇ ਜਿਹੜੇ ਫਲਾਵਰ ਉੱਪਰ ਪੈਡੀਸਲ ਹੁੰਦਾ ਹੈ ਉਹਨੂੰ ਪੈਡੀਸਲੇਟ ਫਲਾਵਰ ਬੋਲਦੇ ਆ। ਜਿਹੜੇ ਫਲਾਵਰ ਉੱਪਰ ਮਤਲਬ ਪੈਡੀਸਲਸ ਵਗੈਰਾ ਨਹੀਂ ਹੁੰਦਾ, ਜਿਹੜੇ ਟਿਪ ਆਫ ਫਲਾਵਰ ਨਹੀਂ ਹੁੰਦੀ, ਉਹਨੂੰ ਸੈਸੀਅਲ ਫਲਾਵਰਸ ਬੋਲਦੇ ਆ, ਠੀਕ ਹੈ। ਅਤੇ ਜਿਹੜੇ ਕਈ ਵਾਰੀ ਪੈਡੀਸਲਸ ਹੁੰਦੇ ਆ ਉਹਦੇ ਵਿੱਚ 2 ਸਮੋਲ ਗ੍ਰੀਨ ਲੀਫ ਲਾਈਕ ਸਟਰਕਚਰਸ ਲੱਗੇ ਹੁੰਦੇ ਆ ਜਿਹਨੂੰ ਆਪਾਂ ਬ੍ਰੈਕਸੀਟੋਲਸ ਬੋਲਦੇ ਹਾਂ, ਠੀਕ ਹੈ। ਅੱਗੇ ਜਾ ਕੇ ਜਿਹੜੇ ਪੈਡੀਸਲਸ ਹੈ ਇਹ ਹੋਰ ਮਤਲਬ ਕਿ ਪਾਰਟਸ ਵਿੱਚ ਡਿਵਾਈਡ ਹੁੰਦੇ ਉਹਨੂੰ ਆਪਾਂ ਥੈਲਮਸ ਬੋਲਦੇ ਹਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਪਾਰਟਸ ਆਫ ਟਿਪੀਕਲ ਫਲਾਵਰ। ਹੁਣ ਆਪਾਂ ਜਿਹੜੇ ਇੱਕ ਫਲਾਵਰ ਹੁੰਦਾ ਜਿਵੇਂ ਕਿ ਆਹ ਵਾਲਾ ਫਲਾਵਰ ਹੈ, ਇਹ ਫਲਾਵਰ ਦੇ ਆਪਾਂ ਪਾਰਟਸ ਪੜ੍ਹਨੇ ਆ ਕਿ ਕਿਹੜੇ ਕਿਹੜੇ ਪਾਰਟਸ ਹੁੰਦੇ ਆ ਮੇਨ ਫਲਾਵਰ ਦੇ। ਤਾਂ ਸਭ ਤੋਂ ਫਸਟ ਆ ਗਿਆ ਆਪਣੇ ਕੋਲ ਕੈਲੈਕਸ। ਐਕਚੁਅਲੀ ਇਹਦੇ ਵਿੱਚ 4 ਰੋਲਸ ਹੁੰਦੇ ਆ, ਰੋਲਸ ਮਤਲਬ ਪਾਰਟਸ। ਫਲਾਵਰਸ ਦੇ ਵਿੱਚ 4 ਰੋਲਸ ਹੋਣਗੇ। ਆਪਾਂ 1 ਬਾਏ 1 ਸਾਰਿਆਂ ਬਾਰੇ ਰੀਡ ਕਰਾਂਗੇ। ਫਸਟ ਪੜ੍ਹਾਂਗੇ ਆਪਾਂ ਕੈਲੈਕਸ, ਕਰੋਲਾ, ਐਂਡਰੋਸ਼ੀਅਮ ਐਂਡ ਗਾਇਨੋਸ਼ੀਅਮ, ਠੀਕ ਹੈ। ਕੈਲੈਕਸ ਕੀ ਹੁੰਦਾ? ਕੈਲੈਕ ਇੱਕ ਆਊਟਰ ਮੋਸਟ ਰੋਲ ਹੁੰਦੀ ਹੈ ਪਲਾਂਟ ਦੀ, ਜਿਹਦੇ ਵਿੱਚ ਮੇਨਲੀ ਸੈਪਲਸ ਮਤਲਬ ਆ ਪੱਤੀਆਂ, ਜਿਹਦੇ ਵਿੱਚ ਮੇਨਲੀ ਸੈਪਲਸ ਬਾਰੇ ਗੱਲ ਕਰਾਂਗੇ। ਤਾਂ ਸੈਪਲਸ ਦੀ ਗੱਲ ਆ ਗਈ, ਪੱਤੀਆਂ ਦੀ ਗੱਲ ਆ ਗਈ, ਤਾਂ ਮਤਲਬ ਕੈਲੈਕਸ ਹੈ। ਕੈਲੈਕਸ ਸਭ ਤੋਂ ਉੱਪਰਲਾ ਆਊਟਰ ਮੋਸਟ ਰੋਲ ਹੁੰਦਾ ਹੈ ਫਲਾਵਰ ਦਾ। ਸੈਪਲਸ ਯੂਜ਼ਲੀ ਗ੍ਰੀਨ ਕਲਰ ਦੇ ਹੁੰਦੇ ਆ, ਠੀਕ ਹੈ। ਕਈ ਵਾਰੀ ਇਹ ਗ੍ਰੀਨ ਕਲਰ ਦੇ ਨਹੀਂ ਵੀ ਹੁੰਦੇਗੇ, ਠੀਕ ਹੈ। ਕਈ ਵਾਲੇ ਕਲਰਡ ਹੁੰਦੇ ਜਿਵੇਂ ਗੁਲਮੋਹਰ ਟਰੀ ਹੈ ਨਾ, ਉਹਦੇ ਜਿਹੜੇ ਲੀਵਸ ਜਾਂ ਪੱਤੇ ਹੁੰਦੇ ਉਹ ਗ੍ਰੀਨ ਕਲਰ ਨਹੀਂ ਐਕਚੁਅਲੀ ਹੁੰਦਾ, ਕੋਈ ਡਿਫਰੈਂਟ ਰੈੱਡ ਜਾਂ ਰੈਡਿਸ਼ ਬਰਾਊਨ ਜਿਹਾ ਸ਼ੇਡ ਹੁੰਦਾ ਉਹਨਾਂ ਦਾ, ਠੀਕ ਹੈ। ਤਾਂ ਉਹ ਵਾਲੀ ਚੀਜ਼ ਹੁੰਦੀ ਆਪਣੇ ਕੋਲ ਕੈਲੈਕਸ। ਕੈਲੈਕਸ ਦਾ ਮੇਨ ਕੰਮ ਕੀ ਹੁੰਦਾ ਹੈ ਕਿ ਇਹ ਫਲਾਵਰ ਨੂੰ ਉਹਦੀ ਬਰਡ ਸਟੇਜ 'ਤੇ ਪ੍ਰੋਟੈਕਟ ਕਰਕੇ ਰੱਖਦਾ। ਬਰਡ ਸਟੇਜ ਮਤਲਬ ਕਿ ਜਦੋਂ ਫਲਾਵਰ ਨੇ ਹੌਲੀ ਹੌਲੀ ਰੀਪਰੋਡਿਊਸ ਕਰਨਾ, ਫਸਟ ਸਟੈਪ ਰੀਪਰੋਡਕਸ਼ਨ ਦਾ ਕੀ ਹੁੰਦਾ? ਬਰਡ ਸਟੇਜ, ਉਹਦਾ ਬਰਡ ਬਣਨਾ ਹੁੰਦਾ। ਤਾਂ ਬਰਡ ਨੂੰ ਕੌਣ ਬਚਾ ਕੇ ਰੱਖਦਾ? ਉਹ ਪੱਤੀਆਂ, ਕੈਲੈਕਸ ਬਚਾ ਕੇ ਰੱਖਦਾ। ਸੈਪਲਸ ਜਿਹੜੇ ਹੁੰਦੇ ਉਹ ਗ੍ਰੀਨ ਕਲਰ ਦੇ ਹੁੰਦੇ ਆ। ਓਬਵੀਅਸ ਹੈ ਜੇ ਪੱਤੇ ਗ੍ਰੀਨ ਕਲਰ ਦੇ ਆ ਤਾਂ ਉਹ ਫੋਟੋਸੈਂਥਸਿਸ ਲਈ ਵੀ ਹੈਲਪਫੁਲ ਹੋਣਗੇ, ਤਾਂ ਉਹ ਆਪਦਾ ਫੂਡ ਜਿਹੜਾ ਪਲਾਂਟ ਹੈ ਉਹ ਸੈਪਲਸ ਦੇ ਥਰੂ, ਕੈਲੈਕਸ ਦੇ ਥਰੂ ਬਣਾ ਸਕਦਾ, ਠੀਕ ਹੈ। ਅਤੇ ਜਿਹੜੇ ਕੈਲੈਕਸ ਹੈ ਇਹ ਜਦੋਂ ਪੈਟਲਸ ਨਾਲ ਰਲ ਜਾਂਦੇ ਹੈ, ਜਿਹੜੇ ਇਹ ਸੈਪਲ ਹੈ ਜਦੋਂ ਪੈਟਲ ਨਾਲ ਇਸ ਫਲਾਵਰ ਪੂਰੀ ਪੱਤੀ ਨਾਲ ਆਵ ਨਾਲ ਰਲ ਜੂਗਾ ਅਤੇ ਇਹ ਪੋਲੀਨੇਸ਼ਨ ਵਿੱਚ ਹੈਲਪਫੁਲ ਹੁੰਦੇ ਆ। ਆਪਾਂ ਪੋਲੀਨੇਸ਼ਨ ਪੜ੍ਹਾਂਗੇ ਕੀ ਹੁੰਦਾ, ਅਤੇ ਇਨਸੈਕਟ ਨੂੰ ਆਪਦੇ ਵੱਲ ਖਿੱਚਦਾ ਪੋਲੀਨੇਸ਼ਨ ਲਈ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕਰੋਲਾ। ਕਰੋਲਾ ਜਿਹੜੀ ਹੈਗੀ ਉਹ ਸੈਕਿੰਡ ਰੋਲ ਹੈ ਫਲਾਵਰ ਦੀ, ਅਤੇ ਇਹ ਹੁੰਦੀ ਹੈ ਕੈਲੈਕਸ ਦੇ ਥੋੜ੍ਹਾ ਜਿਹਾ ਇਨਸਾਈਡ ਹੁੰਦੀ ਹੈ, ਠੀਕ ਹੈ। ਕੈਲੈਕਸ ਦੀ ਇਹ ਵਾਲੀ ਚੀਜ਼ ਥੋੜ੍ਹਾ ਇਨਸਾਈਡ ਕੀ ਹੁੰਦਾ? ਕਰੋਲਾ ਹੁੰਦਾ। ਕਰੋਲਾ ਵਿੱਚ ਕੀ ਹੈ? ਪੈਟਲਸ ਆ ਜਾਂਦੇ ਆ ਜਿਹੜੇ ਬਰਾਈਟਲੀ ਕਲਰਡ ਹੋ ਵੀ ਸਕਦੇ ਆ, ਜਿਹੜੇ ਆਹ ਵਾਲੇ ਪੈਟਲਸ ਹੈ ਸੈਪਲਸ ਤੋਂ ਬਾਅਦ ਵਾਲੇ ਆ ਜਾਂਦੇ ਪੈਟਲਸ ਬਰਾਈਟਲੀ ਕਲਰਡ ਹੁੰਦੇ ਵੀ ਹੈ, ਕਈ ਵਾਰ ਜਿੰਨੀ ਵੀ ਬਰਾਈਟਲੀ ਕਲਰਡ ਨਹੀਂ ਹੁੰਦੇ, ਠੀਕ ਹੈ। ਜਿਹੜੀਆਂ ਦੀਆਂ ਲੀਵਸ ਉਹ ਹੁੰਦੀਆਂ ਉੱਪਰ ਫਲਾਵਰਸ ਜਿਹੇ ਲੱਗੇ ਹੁੰਦੇ ਆ। ਹੁਣ ਫੰਕਸ਼ਨਸ ਕੀ ਹੈ ਕਰੋਲਾ ਦੇ? ਕਰੋਲਾ ਜਿਹੜਾ ਹੈਗਾ ਜਿਹੜੇ ਐਸੈਂਸ਼ੀਅਲ ਔਰਗਨਸ ਹੈ, ਇਨਰ ਐਸੈਂਸ਼ੀਅਲ ਔਰਗਨਸ ਹੈ ਜਿਹੜੇ ਪਲਾਂਟ ਦੇ, ਜਿਵੇਂ ਕਿ ਸਟੈਮਨ ਅਤੇ ਕਾਰਪਲ, ਉਹਨਾਂ ਨੂੰ ਉਹਦੀ ਬਰਡ ਸਟੇਜ 'ਤੇ ਪ੍ਰੋਟੈਕਟ ਕਰਕੇ ਰੱਖਦੇ ਤਾਂ ਜੋ ਕਿ ਬਰਡ ਕੋਈ ਖ਼ਰਾਬ ਨਾ ਹੋ ਜਾਏ ਜਾਂ ਕੋਈ ਇਨਸੈਕਟ ਵਗੈਰਾ ਆ ਕੇ ਉਹਨੂੰ ਖ਼ਰਾਬ ਨਾ ਕਰਦੇ, ਤਾਂ ਕਰੋਲਾ ਉਹਨੂੰ ਪ੍ਰੋਟੈਕਟ ਕਰਕੇ ਰੱਖਦਾ। ਜਿਹੜਾ ਬਰਾਈਟ ਕਲਰ ਹੁੰਦਾ ਇਹਨਾਂ ਦਾ, ਆ ਜਿਹੜਾ ਪੈਟਲਸ ਹੁੰਦੇ, ਪੈਟਲਸ ਦਾ ਕਾਫੀ ਬਰਾਈਟ ਕਲਰ ਹੁੰਦਾ। ਕਈ ਵਾਰੀ ਵੈਸੇ ਜ਼ਿਆਦਾਤਰ ਬਰਾਈਟ ਕਲਰ ਹੀ ਹੁੰਦਾ, ਬਹੁਤ ਘੱਟ ਕੇਸ ਹੁੰਦਾ ਜਿੱਥੇ ਮਤਲਬ ਬਰਾਈਟ ਕਲਰ ਨਾ ਸ਼ੋ ਹੋਵੇ ਮਤਲਬ ਫਲਾਵਰਸ ਦਾ, ਠੀਕ ਹੈ। ਤਾਂ ਇਹ ਜਿਹੜੀ ਬਰਾਈਟ ਕਲਰ ਅਤੇ ਇਹਦੀ ਫਰੈਗਰੈਂਸ ਹੁੰਦੀ ਹੈ ਇਹ ਇਨਸੈਕਟ ਨੂੰ ਆਪਦੇ ਵੱਲ ਖਿੱਚਦੀ ਹੈ, ਮਤਲਬ ਇਨਸੈਕਟ ਆਉਂਦਾ ਫਿਰ ਇਹਨਾਂ ਕੋਲ ਅਤੇ ਪੋਲੀਨੇਸ਼ਨ ਵਿੱਚ ਹੈਲਪਫੁਲ ਹੁੰਦਾ। ਪੋਲੀਨੇਸ਼ਨ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਅੱਗੇ ਜਾ ਕੇ ਥੋੜ੍ਹਾ ਜਿਹਾ ਪੜ੍ਹਦੇ ਹਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਐਂਡਰੋਸ਼ੀਅਮ। ਐਂਡਰੋਸ਼ੀਅਮ ਨੂੰ ਆਪਾਂ ਥਰਡ ਰੋਲ ਆਫ ਫਲਾਵਰ ਵੀ ਬੋਲਦੇ ਹਾਂ। ਇਹ ਬਾਅਦ ਚੋਂ ਕੀ ਹੈ ਕਰੋਲਾ ਦੇ ਇਨਸਾਈਡ ਹੁੰਦਾ, ਠੀਕ ਹੈ। ਇਨਸਾਈਡ ਟੂ ਇਨਸਾਈਡ ਹੁੰਦੇ ਹੈ, ਤਾਂ ਐਂਡਰੋਸ਼ੀਅਮ ਕਰੋਲਾ ਦੇ ਵੀ ਇਨਸਾਈਡ ਹੁੰਦਾ। ਇਹਦੇ ਵਿੱਚ ਮੇਨਲੀ ਕੀ ਹੁੰਦਾ ਹੈ? ਮੇਲ ਰੀਪਰੋਡਕਟਿਵ ਔਰਗਨ ਹੁੰਦਾ ਪਲਾਂਟ ਦਾ, ਅਤੇ ਮੇਲ ਰੀਪਰੋਡਕਟਿਵ ਔਰਗਨ ਆਫ ਪਲਾਂਟ ਨੂੰ ਆਪਾਂ ਬੋਲਦੇ ਹਾਂ ਸਟੈਮਨਸ, ਠੀਕ ਹੈ। ਐਂਡਰੋਸ਼ੀਅਮ ਵਿੱਚ ਕੀ ਹੁੰਦੇ ਆ? ਸਟੈਮਨਸ ਹੁੰਦੇ ਆ। ਇਹ ਕੀ ਹੈ? ਇਹਦੇ ਵੀ ਅੰਦਰ ਹੋਊਗਾ, ਸੈਪਲਸ ਦੇ ਅੰਦਰ ਵੀ, ਪੈਟਲਸ ਦੇ ਅੰਦਰ ਵੀ ਕੀ ਹੁੰਦਾ ਆਪਣੇ ਕੋਲ? ਸਟੈਮਨ, ਠੀਕ ਹੈ। ਆਹ ਵਾਲੀ ਚੀਜ਼ ਇਹ ਆਪਾਂ 1 ਬਾਏ 1 ਰੀਡ ਕਰਦੇ ਹਾਂ ਕੀ ਹੁੰਦਾ। ਨੰਬਰ ਆਫ ਸਟੈਮਨਸ ਜਿਹੜੇ ਹੁੰਦੇ ਆ ਉਹ ਡਿਫਰੈਂਟ ਮਤਲਬ ਫਲਾਵਰਸ ਵਿੱਚ ਹੁੰਦੇ ਆ, ਕਿ ਡਿਫਰੈਂਟ ਫਲਾਵਰ ਵਿੱਚ ਡਿਫਰੈਂਟ ਜਿਹੜੇ ਹੁੰਦੇ ਆ ਸਟੈਮਨਸ ਵਿੱਚ ਡਿਫਰੈਂਟ ਫਲਾਵਰਸ ਲੱਗੇ ਹੁੰਦੇ ਆ। ਈਚ ਜਿਹੜਾ ਸਟੈਮਨ ਹੁੰਦਾ ਉਹ 2 ਪਾਰਟਸ ਨੂੰ ਜੋੜ ਕੇ ਬਣਿਆ ਹੁੰਦਾ। ਈਚ ਜਿਹੜਾ ਸਟੈਮਨ ਹੈ, ਜਿਹੜਾ ਆਹ ਵਾਲਾ ਸਟੈਮਨ ਹੈ, ਇਹ ਸਟੈਮਨ 2 ਪਾਰਟਸ ਨੂੰ ਜੋੜ ਕੇ ਬਣਿਆ ਹੁੰਦਾ। ਪਹਿਲਾ ਹੁੰਦਾ ਆਪਣੇ ਕੋਲ ਐਂਥਰ, ਦੂਜਾ ਹੁੰਦਾ ਆਪਣੇ ਕੋਲ ਫਿਲਾਮੈਂਟ। ਐਂਥਰ ਪਲੱਸ ਫਿਲਾਮੈਂਟ ਜੋੜ ਕੇ ਬਣਾਉਂਦੇ ਆ ਸਟੈਮਨ। ਸਟੈਮਨ ਨੂੰ ਆਪਾਂ ਕੀ ਬੋਲਦੇ ਆ? ਮੇਲ ਪਾਰਟ ਆਫ ਦਾ ਜਾਂ ਮੇਲ ਰੀਪਰੋਡਕਟਿਵ ਔਰਗਨ ਆਫ ਦਾ ਫਲਾਵਰ, ਠੀਕ ਹੈ। ਇਹਦੇ ਵਿੱਚ ਜਿਹੜਾ ਸਟੈਮਨ ਦੇ ਵਿੱਚ 2 ਪਾਰਟਸ ਹੁੰਦੇ ਆ, ਫਿਲਾਮੈਂਟ ਅਤੇ ਐਂਥਰ। ਐਂਥਰ ਕੀ ਹੁੰਦਾ? 2 ਲੋਬਡ ਲਾਈਕ ਸਟਰਕਚਰ, ਇੱਦਾਂ ਉੱਪਰ ਦੇਖੇ ਨਾ ਆਪਾਂ 2 ਲੋਬਡ ਲਾਈਕ ਸਟਰਕਚਰ ਹੁੰਦੇ ਆ। ਈਚ ਲੋਬ ਜਿਹੜੇ ਹੁੰਦੇ ਉਹਦੇ ਵਿੱਚ 2 ਚੈਂਬਰਸ ਹੁੰਦੇ ਆ। ਇਹਦੇ ਵਿੱਚ ਈਚ ਲੋਬ ਵਿੱਚ 2 ਚੈਂਬਰਸ ਹੁੰਦੇ ਆ, 2 ਹੋਲਸ ਹੁੰਦੇ ਆ। ਇਹਨਾਂ ਹੋਲਸ ਨੂੰ ਆਪਾਂ ਪੋਲਨ ਸੈਕਸ ਵੀ ਬੋਲਦੇ ਹਾਂ। ਪੋਲਨ ਸੈਕ ਦਾ ਮਤਲਬ ਮੰਨ ਲਓ ਕੋਈ ਵੀ ਇਨਸੈਕਟ ਜਦੋਂ ਪੋਲਨ ਗ੍ਰੇਨ ਲੈ ਕੇ ਆਉਂਦਾ, ਕੋਈ ਵੀ ਮਤਲਬ ਸੀਡ ਵਗੈਰਾ ਪੋਲਨ ਗ੍ਰੇਨ ਲੈ ਕੇ ਆਉਂਦਾ, ਸਭ ਤੋਂ ਪਹਿਲਾਂ ਉਹ ਐਂਥਰ ਕੋਲ ਜਾਂਦਾ ਇੱਥੇ,
ਐਂਥਰ ਉਹਨੂੰ ਆਪਦੇ ਕੋਲ ਰੱਖਦਾ ਪਹਿਲਾਂ, ਠੀਕ ਹੈ। ਫਿਰ ਕੀ ਹੈ, ਦੇਰ ਆਰ 4 ਪੋਲਨ ਸੈਕਸ, ਇੱਥੇ ਵੀ 2 ਪੋਲਨ ਸੈਕ ਹੁੰਦੇ ਆ, ਮਤਲਬ ਛੋਟੇ ਛੋਟੇ ਟੋਏ ਜਿਹੇ ਹੁੰਦੇ ਆ, ਇੱਥੇ ਵੀ 2 ਪੋਲਨ ਸੈਕ ਹੁੰਦੇ ਆ। ਟੋਟਲ ਮਤਲਬ ਐਂਥਰ ਦੇ ਵਿੱਚ 4 ਪੋਲਨ ਸੈਕ ਹੋ ਗਏ, ਠੀਕ ਹੈ। ਇਹਨਾਂ ਪੋਲਨ ਸੈਕਸ ਦਾ ਕੀ ਕੰਮ ਹੈ, ਪੋਲਨ ਸੈਕ ਦੇ ਵਿੱਚ ਪੋਲਨ ਗ੍ਰੇਨਸ, ਜੋ ਇਨਸੈਕਟ ਵਗੈਰਾ, ਵਿੰਡ ਵਗੈਰਾ ਆਪਾਂ ਪੜ੍ਹਾਂਗੇ ਪੋਲਨ ਗ੍ਰੇਨਸ ਬਾਰੇ, ਉਹ ਪੋਲਨ ਗ੍ਰੇਨਸ ਇੱਥੇ ਆ ਕੇ ਰਿਟੇਨ ਕਰਦੇ ਰਹਿੰਦੇ ਆ, ਠੀਕ ਹੈ। ਜਦੋਂ ਫਿਰ ਇਹ ਫੁੱਲੀ ਮੈਚਿਓਰ ਹੋ ਜਾਂਦਾ ਹੈ ਤਾਂ ਪੋਲਨ ਸੈਕਸ ਕੀ ਹੈ, ਪੋਲਨ ਗ੍ਰੇਨਸ ਨੂੰ ਬਾਹਰ ਕੱਢਣਾ ਸ਼ੁਰੂ ਕਰਦੇ ਅਤੇ ਹੌਲੀ ਹੌਲੀ ਪਲਾਂਟ ਨੂੰ ਰੀਪਰੋਡਿਊਸ ਕਰਾਉਣ ਵਿੱਚ ਹੈਲਪਫੁਲ ਹੁੰਦੇ ਆ, ਠੀਕ ਹੈ। ਹੁਣ ਐਂਡਰੋਸ਼ੀਅਮ ਦਾ ਫੰਕਸ਼ਨ ਕੀ ਹੈ, ਐਂਡਰੋਸ਼ੀਅਮ ਕੀ ਕਰਦਾ, ਪੋਲਨ ਗ੍ਰੇਨਸ ਨੂੰ ਪ੍ਰੋਡਿਊਸ ਕਰਦਾ। ਤਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਐਂਡਰੋਸ਼ੀਅਮ ਹੈ ਉਹਦੇ ਵਿੱਚ ਕੀ ਹੈ, 2 ਆਪਣੇ ਕੋਲ ਪੋਲਨ ਸੈਕਸ ਹੁੰਦੇ ਆ। ਪੋਲਨ ਸੈਕਸ ਦੇ ਵਿੱਚ ਪੋਲਨ ਗ੍ਰੇਨਸ ਰਿਟੇਨ ਰਹਿੰਦੇ ਅਤੇ ਬਾਅਦ 'ਚੋਂ ਪੋਲਨ ਗ੍ਰੇਨਸ ਹੌਲੀ ਹੌਲੀ ਕੀ ਹੈ, ਮੇਲ ਰੀਪਰੋਡਕਟਿਵ ਸੈਲਸ ਥਰੂ ਮਤਲਬ ਰੀਪਰੋਡਕਸ਼ਨ ਵਿੱਚ ਹੈਲਪਫੁਲ ਹੁੰਦੇ ਆ। ਫਿਲਾਮੈਂਟ ਬੀਅਰਸ ਐਂਡ ਸਪੋਰਟ ਦਾ ਐਂਥਰ ਇਨ ਸੁਟੇਬਲ ਪੋਜੀਸ਼ਨ ਫॉर द ट्रांसफर ऑफ ਪੋਲਨਸ। ਜਿਹੜਾ ਫਿਲਾਮੈਂਟ ਹੁੰਦਾ ਆਹ ਵਾਲੀ ਚੀਜ਼, ਫਿਲਾਮੈਂਟ ਕੀ ਕਰਦਾ, ਜਿਹੜਾ ਐਂਥਰ ਹੁੰਦਾ ਉਹਨੂੰ, ਜਾਂ ਟਰਾਂਸਫਰ ਆਫ ਪੋਲਨਸ ਜਦੋਂ ਹੋਣਾ ਹੁੰਦਾ ਉਹਦੇ ਵਿੱਚ ਉਹਨੂੰ ਹੈਲਪਫੁਲ ਹੁੰਦਾ। ਅਤੇ ਇਸ ਐਂਥਰ ਨੂੰ ਵੀ ਪ੍ਰੋਪਰਲੀ ਸਟੈਂਡ ਖੜਿਆ ਰਹੇ, ਸਪੋਰਟ ਮਿਲੀ ਰਹੇ। ਸਪੋਰਟ ਕੌਣ ਦਊਗਾ ਇਹਨੂੰ, ਫਿਲਾਮੈਂਟ ਦਊਗਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਗਾਇਨੋਸ਼ੀਅਮ। ਗਾਇਨੋਸ਼ੀਅਮ ਜਿਹੜਾ ਸਭ ਤੋਂ ਲਾਸਟ ਵਾਲਾ, ਇਹਨੂੰ ਆਪਾਂ ਗਾਇਨੋਸ਼ੀਅਮ ਵੀ ਬੋਲਦੇ ਹਾਂ, ਇਹਨੂੰ ਆਪਾਂ ਪਿਸਟਲ ਵੀ ਬੋਲਦੇ ਹਾਂ। ਇਹ ਇਨਰ ਮੋਸਟ ਰੋਲ ਹੁੰਦਾ, ਸਭ ਤੋਂ ਅੰਦਰਲਾ ਰੋਲ ਕਿਹੜਾ ਹੁੰਦਾ ਆਪਣਾ, ਗਾਇਨੋਸ਼ੀਅਮ। ਗਾਇਨੋਸ਼ੀਅਮ ਜਿਹੜਾ ਹੁੰਦਾ ਉਹ ਸੈਂਟਰ ਆਫ ਦ ਥੈਲਮਸ ਵਿੱਚ ਹੁੰਦਾ। ਇਹਦੇ ਵਿੱਚ 1 or 2 ਕਾਰਪਲਸ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਹੁਣ ਇਹ ਕਾਰਪਲਸ ਦੇ ਅੱਗੇ 3 ਟਾਈਪਸ ਹੁੰਦੇ ਆ, ਆਹ ਦੇਖੋ, ਜਸਟ ਵੇਟ, ਹਾਂ, ਕਾਰਪਲਸ ਦੇ ਅੱਗੇ ਕੀ ਹੈ, 3 ਹੋਣਗੇ ਇਹਦੇ ਪਾਰਟਸ, ਸਟਿਗਮਾ, ਸਟਾਈਲ ਐਂਡ ਓਵਰੀ। ਸਭ ਤੋਂ ਲਾਸਟ ਵਾਲਾ ਇਨਰ ਮੋਸਟ ਰੋਲ ਹੈ, ਇਹਦੇ ਵਿੱਚ 3 ਪਾਰਟਸ ਹੋਣਗੇ, ਸਟਿਗਮਾ, ਸਟਾਈਲ ਐਂਡ ਓਵਰੀ। 1 by 1 ਆਪਾਂ ਰੀਡ ਕਰਦੇ ਹਾਂ ਕਿ ਸਟਿਗਮਾ, ਸਟਾਈਲ ਐਂਡ ਓਵਰੀ ਦਾ ਕੀ ਫੰਕਸ਼ਨ ਹੈ। ਸਟਿਗਮਾ ਜਿਹੜਾ ਹੁੰਦਾ ਟਰਮੀਨਲ ਨੋਬ ਲਾਈਕ ਸਟਰਕਚਰ, ਜਿਹੜਾ ਪਾਰਟ ਹੁੰਦਾ ਕਾਰਪਲ ਦਾ, ਇਹ ਸਟਿੱਕੀ ਅਤੇ ਫਿਦਰੀ ਹੁੰਦਾ, ਤਾਂ ਜੋ ਕਿ ਜਿਹੜੇ ਪੋਲਨ ਗ੍ਰੇਨਸ ਵਗੈਰਾ ਆਉਣਗੇ ਉਹ ਸਟਿਗਮਾ 'ਤੇ ਆ ਕੇ ਚਿਪਕ ਜਾਣ ਆਰਾਮ ਨਾਲ। ਸਟਾਈਲ ਕੀ ਹੁੰਦਾ, ਸਟਾਈਲ ਇੱਕ ਸਿਲੰਡਰ ਸਟਾਕ ਲਾਈਕ ਹੁੰਦਾ ਜਿਹਦੇ ਵਿੱਚ ਓਵਰੀ ਹੁੰਦੀ ਹੈ ਅਤੇ ਜਿਹੜਾ ਹੈਗਾ ਸਟਿਗਮਾ ਨੂੰ ਮਤਲਬ ਖੜੇ ਰਹਿਣ ਵਿੱਚ, ਉਹਨੂੰ ਮਤਲਬ ਬੇਸ ਬਣਾਉਣ ਵਿੱਚ ਹੈਲਪਫੁਲ ਹੁੰਦੇ ਆ। ਓਵਰੀ ਜਿਹੜੀ ਹੁੰਦੀ, ਜਿਹੜੀ ਇੱਦਾਂ ਦੀ ਚੀਜ਼ ਹੁੰਦੀ ਹੈ ਓਵਰੀ, ਉਹ ਇੱਕ ਸਵੋਲਨ ਬੇਸ ਪਾਰਟ ਹੁੰਦਾ ਜਿਹਦੇ ਵਿੱਚ 1 or more ਕਾਰਪਲਸ ਹੋਣਗੇ। ਇਹਦੇ ਵਿੱਚ ਰਾਊਂਡ ਬੋਡੀਜ਼ ਹੁੰਦੀਆਂ, ਛੋਟੇ ਛੋਟੇ ਰਾਊਂਡ ਬੋਡੀਜ਼ ਹੁੰਦੀਆਂ ਇਹਦੇ ਵਿੱਚ ਓਵਰੀ ਵਿੱਚ, ਜਿਹਨੂੰ ਆਪਾਂ ਅਵਿਊਲਸ ਵੀ ਬੋਲਦੇ ਹਾਂ। ਐਵਿਊਲ ਜਿਹੜਾ ਹੁੰਦਾ ਉਹ ਫੀਮੇਲ ਗਮੀਟ ਜਾਂ ਜਿਹੜਾ ਐਗ ਸੈੱਲ ਪ੍ਰੋਡਿਊਸ ਹੋਣਾ ਹੁੰਦਾ ਉਹ ਓਵਰੀ ਵਿੱਚ ਹੁੰਦਾ। ਹੁਣ ਦੇਖ ਲਓ ਡਾਇਗਰਾਮ ਥਰੂ, ਆ ਹੋ ਗਿਆ ਆਪਣੇ ਕੋਲ ਓਵਰੀ, ਠੀਕ ਹੈ। ਆ ਹੋ ਗਿਆ ਆਪਣੇ ਕੋਲ ਸਟਾਈਲ, ਜਿਹਨੇ ਸਟਿਗਮਾ ਨੂੰ ਕੀ ਹੈ ਮਤਲਬ ਖੜੇ ਰਹਿਣ ਵਿੱਚ ਹੈਲਪਫੁਲ ਕਰਨਾ ਹੈ। ਤਿੰਨਾਂ ਨੂੰ ਜੋੜ ਕੇ ਆਪਣੇ ਕੋਲ ਕੀ ਬਣਦਾ ਹੈ, ਪਿਸਟਲ, ਠੀਕ ਹੈ। ਅਤੇ ਓਵਰੀ ਵਿੱਚ ਜਿਹੜਾ ਹੁੰਦਾ ਉਹ ਫੀਮੇਲ ਰੀਪਰੋਡਕਟਿਵ ਫੀਮੇਲ ਗੈਮੀਟਸ ਹੁੰਦੀ ਹੈ, ਜਿੱਥੇ ਜਾ ਕੇ ਮੇਲ ਅਤੇ ਫੀਮੇਲ ਨੇ ਬਾਅਦ ਵਿੱਚ ਕੀ ਇੱਕ ਨਿਊ ਪਲਾਂਟ ਨੂੰ ਗਰੋ ਕਰਵਾਉਣਾ, ਠੀਕ ਹੈ। ਨੈਕਸਟ ਆ ਗਿਆ ਫੰਕਸ਼ਨ ਆਫ ਗਾਇਨੋਸ਼ੀਅਮ। ਗਾਇਨੋਸ਼ੀਅਮ ਦਾ ਫੰਕਸ਼ਨ ਕੀ ਹੈ, ਇਹਦੇ ਵਿੱਚ ਮੇਨ ਜਿਹੜਾ ਹੁੰਦਾ ਹੈ ਰੀਪਰੋਡਕਟਿਵ ਪਾਰਟਸ ਹੁੰਦੇ ਹੈ। ਅਤੇ ਆਫਟਰ ਫਰਟੀਲਾਈਜੇਸ਼ਨ ਜਿਹੜਾ ਫਰੂਟ ਵਗੈਰਾ ਫਾਰਮ ਹੋਣਾ ਹੁੰਦਾ, ਜਿਹੜੀ ਓਵਰੀ ਹੁੰਦੀ ਹੈ ਉਹ ਫਰੂਟ ਨੂੰ ਫਾਰਮ ਕਰਦੀ ਹੈ। ਜੋ ਓਵਰੀ ਹੋਊਗੀ ਇਹਦੇ ਵਿੱਚ, ਓਵਰੀ ਕਿਹਨੂੰ ਪ੍ਰੋਡਿਊਸ ਕਰਦੀ ਹੈ, ਫਰੂਟ ਨੂੰ, ਆਫਟਰ ਦਾ ਫਰਟੀਲਾਈਜੇਸ਼ਨ ਪ੍ਰੋਸੈਸ। ਨੈਕਸਟ ਆ ਗਿਆ ਆਪਣੇ ਕੋਲ ਪੋਲੀਨੇਸ਼ਨ। ਪੋਲੀਨੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਮੇਲ ਗੈਮੀਟ, ਜੋ ਆਪਾਂ ਪੜ੍ਹਿਆ ਸੀ ਕਿ ਐਂਥਰ ਵਿੱਚ ਹੁੰਦਾ, ਅਤੇ ਫੀਮੇਲ ਗੈਮੀਟ, ਜੋ ਆਪਾਂ ਪੜ੍ਹਿਆ ਸੀ ਕਿ ਓਵਰੀ ਵਿੱਚ ਹੁੰਦਾ, ਉਹ ਦੋਨੋਂ ਜਦੋਂ ਕੀ ਹੈ ਇਕੱਠੇ ਹੁੰਦੇ ਆ ਤਾਂ ਉਹ ਇੱਕ ਸੈਕਸ਼ੂਅਲ ਰੀਪਰੋਡਕਸ਼ਨ ਬਣ ਜਾਂਦਾ ਹੈ ਪਲਾਂਟਸ ਦੇ ਵਿੱਚ, ਠੀਕ ਹੈ। ਅਤੇ ਇਹ ਪੂਰੇ ਪ੍ਰੋਸੈਸ ਨੂੰ ਹੀ ਆਪਾਂ ਬੋਲਦੇ ਹਾਂ ਪੋਲੀਨੇਸ਼ਨ ਦਾ ਪ੍ਰੋਸੈਸ। ਪੋਲੀਨੇਸ਼ਨ ਪ੍ਰੋਸੈਸ ਵਿੱਚ ਐਕਚੁਅਲੀ ਕੀ ਹੁੰਦਾ ਹੈ ਕਿ ਮੰਨ ਲਓ 2 ਪਲਾਂਟਸ ਹੈ, ਇੱਕ ਆਹ ਵਾਲਾ ਪਲਾਂਟ ਹੈ, ਇੱਕ ਆਹ ਵਾਲਾ ਪਲਾਂਟ ਹੈ, ਠੀਕ ਹੈ। ਇਹਦੇ ਵਿੱਚ ਕੀ ਹੋਊਗਾ, ਐਂਥਰ ਤੋਂ ਲੈ ਕੇ, ਇਹਦੇ ਟਿਪ ਤੋਂ ਲੈ ਕੇ ਸਟਿਗਮਾ ਤੱਕ ਪੋਲਨ ਗ੍ਰੇਨਸ ਜਾਣਗੇ। ਐਂਥਰ ਤੋਂ ਲੈ ਕੇ ਸਟਿਗਮਾ ਤੱਕ ਪੋਲਨ ਗ੍ਰੇਨਸ ਟਰਾਂਸਫਰ ਕਰਦੇ ਆ, ਜਾਂ ਤਾਂ ਉਹ ਇੱਕ ਫਲਾਵਰ ਤੋਂ ਦੂਜੇ ਫਲਾਵਰ ਜਾਊਗਾ, 2 ਡਿਫਰੈਂਟ ਫਲਾਵਰ ਵਿੱਚ ਵੀ ਹੋ ਸਕਦਾ ਹੈ, ਜਾਂ ਸੇਮ ਫਲਾਵਰ ਦੇ ਐਂਥਰ ਤੋਂ ਸਟਿਗਮਾ ਤੱਕ ਚੱਲ ਜੂਗਾ। ਪੋਲੀਨੇਸ਼ਨ ਇੱਥੇ ਵੀ ਹੋ ਸਕਦੀ ਹੈ। ਜੇ ਤਾਂ ਉਹ ਇੱਕ ਡਿਫਰੈਂਟ ਫਲਾਵਰ ਤੋਂ ਇੱਕ ਡਿਫਰੈਂਟ ਪਲਾਂਟ ਤੱਕ, ਫਲਾਵਰ ਤੱਕ ਗਿਆ, ਤਾਂ ਉਹ ਕ੍ਰੋਸ ਪੋਲੀਨੇਸ਼ਨ ਹੁੰਦਾ, ਵੀ ਕ੍ਰੋਸ ਹੋ ਰਿਹਾ। ਜੇ ਇੱਕੋ ਹੀ ਫਲਾਵਰ ਤੋਂ ਐਂਥਰ ਤੋਂ ਉੱਠ ਕੇ, ਇੱਕੋ ਹੀ ਫਲਾਵਰ ਦੇ ਐਂਥਰ ਤੋਂ ਉੱਠ ਕੇ ਸਟਿਗਮਾ ਤੱਕ ਜਾ ਰਿਹਾ, ਤਾਂ ਉਹਨੂੰ ਸੈਲਫ ਪੋਲੀਨੇਸ਼ਨ ਬੋਲਦੇ ਆ। ਮਤਲਬ ਇੱਕ ਪਲਾਂਟ ਦੇ ਅੰਦਰ ਵੀ ਹੋ ਸਕਦਾ, 2 ਪਲਾਂਟਸ ਦੇ ਵਿਚਕਾਰ ਮਤਲਬ ਕ੍ਰੋਸ ਪੋਲੀਨੇਸ਼ਨ ਵੀ ਹੋ ਸਕਦਾ, ਠੀਕ ਹੈ। ਪੋਲੀਨੇਸ਼ਨ ਦਾ ਮਤਲਬ ਕੀ ਹੈ ਕਿ ਮੇਲ ਗੈਮੀਟ ਅਤੇ ਫੀਮੇਲ ਗੈਮੀਟ ਜਦੋਂ ਫਿਊਜ਼ ਕਰਦੇ ਆ, ਫਰਟੀਲਾਈਜੇਸ਼ਨ ਹੁੰਦੀ ਹੈ, ਤਾਂ ਉਹਨੂੰ ਆਪਾਂ ਬੋਲਦੇ ਹਾਂ ਪੋਲੀਨੇਸ਼ਨ, ਠੀਕ ਹੈ। ਪੋਲੀਨੇਸ਼ਨ 2 ਤਰ੍ਹਾਂ ਦੇ ਹੁੰਦੇ ਆ, ਸੈਲਫ ਪੋਲੀਨੇਸ਼ਨ ਐਂਡ ਕ੍ਰੋਸ ਪੋਲੀਨੇਸ਼ਨ। ਫਸਟ ਆਫ ਆਲ ਆ ਗਿਆ ਆਪਣੇ ਕੋਲ ਸੈਲਫ ਪੋਲੀਨੇਸ਼ਨ। ਦੋਨਾਂ ਵਿੱਚ ਹੀ ਕੀ ਹੈ, ਸੈਲਫ ਪੋਲੀਨੇਸ਼ਨ ਅਤੇ ਕ੍ਰੋਸ ਪੋਲੀਨੇਸ਼ਨ ਵਿੱਚ ਐਕਚੁਅਲੀ ਪੋਲਨ ਗ੍ਰੇਨਸ ਜਾਣੇ ਆ। ਪੋਲਨ ਗ੍ਰੇਨਸ ਕਿੱਥੋਂ ਤੋਂ ਕਿੱਥੋਂ ਜਾਣੇ ਆ, ਐਂਥਰ ਤੋਂ ਲੈ ਕੇ ਸਟਿਗਮਾ ਤੱਕ ਜਾਣੇ ਹੁੰਦੇ ਆ। ਆ ਰਹੇ ਐਂਥਰਸ ਅਤੇ ਆ ਰਿਹਾ ਸਟਿਗਮਾ। ਐਂਥਰ ਤੋਂ ਲੈ ਕੇ ਸਟਿਗਮਾ ਤੱਕ ਜਾਣੇ ਆ। ਜੇ ਤਾਂ ਐਂਥਰ ਤੋਂ ਸਟਿਗਮਾ ਇਨ ਦਾ ਸੇਮ ਫਲਾਵਰ ਗਏ
ਤਾਂ ਉਹ ਸੈਲਫ ਪੋਲੀਨੇਸ਼ਨ ਹੈ। ਜੇ ਐਂਥਰ ਤੋਂ ਸਟਿਗਮਾ ਟੂ ਮਤਲਬ ਡਿਫਰੈਂਟ ਫਲਾਵਰ ਵਿੱਚ ਜਾ ਰਹੇ ਆ ਤਾਂ ਉਹ ਕ੍ਰੋਸ ਪੋਲੀਨੇਸ਼ਨ ਹੁੰਦਾ। ਬਸ ਇੰਨਾ ਹੀ ਫਰਕ ਹੈ, ਬਾਕੀ ਜਾਣਾ ਐਂਥਰ ਟੂ ਸਟਿਗਮਾ ਹੀ ਹੈ। ਪੋਲਨ ਗ੍ਰੇਨਸ ਨੇ ਠੀਕ ਹੈ। ਨੈਕਸਟ ਕੀ ਹੈ ਕਿ ਹੁਣ ਜਿਹੜੇ ਪੋਲਨ ਗ੍ਰੇਨਸ ਹੈ, ਜਿਹੜੇ ਇਹ ਵਾਲੇ ਪੋਲਨ ਗ੍ਰੇਨਸ ਹੈ, ਇਹ ਆਪਦੇ ਆਪ ਉੱਠ ਕੇ ਤਾਂ ਜਾਣਗੇ ਨਹੀਂ, ਇਹਨਾਂ ਦੇ ਮਤਲਬ ਫੀਟ ਤਾਂ ਲੱਗੇ ਨਹੀਂ ਹੋਏ, ਪੈਰ ਤਾਂ ਲੱਗੇ ਨਹੀਂ ਹੋਏ, ਠੀਕ ਹੈ। ਤਾਂ ਇਹਨਾਂ ਨੂੰ ਭੇਜਣ ਲਈ ਵੀ ਕੁਛ ਕੁ ਏਜੰਟਸ ਯੂਜ਼ ਹੁੰਦੇ ਆ। ਜਿਵੇਂ ਆਪਾਂ ਬਾਹਰ ਜਾਣਾ ਹੁੰਦਾ, ਮੰਨ ਲਓ ਕੈਨੇਡਾ ਜਾਣਾ ਆਪਾਂ, ਹੁਣ ਕੈਨੇਡਾ ਐਂ ਥੋੜ੍ਹੀ ਕਿ ਮੈਂ ਬੈਠੀ ਹਾਂ ਘਰੇ ਅਤੇ ਬਸ ਮੈਂ ਕਿਹਾ ਮੈਂ ਕੱਲ੍ਹ ਕੈਨੇਡਾ ਚੱਲੀ ਤਾਂ ਚਲੋ ਚੱਲੀਏ, ਨਹੀਂ ਨਾ। ਤਾਂ ਆਪਾਂ ਨੂੰ ਵਿੱਚ ਇੱਕ ਏਜੰਟ ਪਾਉਣਾ ਪੈਂਦਾ। ਉਵੇਂ ਹੈ ਪੋਲੀਨੇਸ਼ਨ ਕਰਾਉਣ ਵਿੱਚ ਇੱਕ ਏਜੰਟ ਪੈਂਦਾ। ਇੱਕ ਨਹੀਂ, ਕਾਫੀ ਏਜੰਟ ਹੁੰਦੇ ਆ। ਕਈ ਹੁੰਦੇ ਵਿੰਡ ਏਜੰਟ, ਵਿੰਡ ਪੋਲੀਨੇਸ਼ਨ, ਕਈ ਹੁੰਦੇ ਆ ਇਨਸੈਕਟ ਐਂਥਰ ਟੂ ਸਟਿਗਮਾ ਲਿਜਾਣ 'ਚ ਹੈਲਪਫੁਲ ਹੁੰਦੇ ਆ। ਕਈ ਵਾਰੀ ਹਵਾ ਨਾਲੋਂ ਇੱਕ ਐਂਥਰ ਟੂ ਸਟਿਗਮਾ ਚੱਲ ਜਾਂਦਾ ਹੈ। ਕਈ ਵਾਰੀ ਕੋਈ ਐਨੀਮਲ, ਕੋਈ ਮਤਲਬ ਬੀ ਆ ਕੇ ਬੈਠੀ, ਉਹਨੇ ਐਂਥਰ ਤੋਂ ਲੈ ਕੇ ਸਟਿਗਮਾ ਤੱਕ ਛੱਡ ਆਂਦਾ, ਠੀਕ ਹੈ। ਤਾਂ ਇਹ ਸਾਰੇ ਜਿਹੜੇ ਹੁੰਦੇ ਆ ਏਜੰਟਸ ਹੁੰਦੇ ਆ। ਕਿਹੜੇ ਵਿੰਡ, ਇਨਸੈਕਟ, ਵਾਟਰ ਐਂਡ ਐਨੀਮਲਸ, ਇਹ ਸਾਰੇ ਹੈਗੇ ਏਜੰਟਸ ਆਫ ਕ੍ਰੋਸ ਪੋਲੀਨੇਸ਼ਨ, ਠੀਕ ਹੈ। ਤਾਂ ਵਿੰਡ ਕੀ ਹੈ? ਪੋਲੀਨੇਸ਼ਨ ਜਿਹੜੀ ਮੇਨ ਪੋਲੀਨੇਸ਼ਨ ਹੁੰਦੀ ਹੈ ਉਹ ਜ਼ਿਆਦਾਤਰ ਵਿੰਡ ਦੀ ਹੈਲਪ ਨਾਲ ਹੋ ਜਾਂਦੀ ਹੈ। ਅਤੇ ਜਦੋਂ ਪੋਲੀਨੇਸ਼ਨ ਵਿੰਡ ਦੀ ਹੈਲਪ ਨਾਲ ਹੋ ਜੇ ਉਹਨੂੰ ਆਪਾਂ ਐਨੋਮੋਫਿਲੀ ਵੀ ਬੋਲਦੇ ਹਾਂ, ਐਨੀਮੀਓਫਿਲੀ ਬੋਲਦੇ ਹਾਂ। ਜਿਹੜੇ ਕਿ ਫਲਾਵਰਸ ਹੁੰਦੇ ਜਿਵੇਂ ਕਿ ਰਾਈਸ ਦੇ, ਵੀਟ ਦੇ, ਮੇਜ਼ ਦੇ, ਇਹ ਸਾਰੇ ਫਲਾਵਰਸ ਕੀ ਹੈ ਬਾਈ ਵਿੰਡ ਪੋਲੀਨੇਸ਼ਨ ਨਾਲ ਹੀ ਗਰੋ ਕਰ ਜਾਂਦੇ ਆ। ਤਾਂ ਇਹਨਾਂ ਦੇ ਮੇਨ ਫੀਚਰਸ ਕੀ ਹੋਣਗੇ? ਜਿਹੜੇ ਫਲਾਵਰਸ ਹੋਣਗੇ ਉਹ ਕਲਰਲੈਸ ਹੋਣਗੇ। ਇਹਨਾਂ ਦੇ ਫਲਾਵਰਸ ਕਲਰਲੈਸ ਹੁੰਦੇ ਆ। ਇਨਕੌਨਸਪੀਅਸ ਆਪਾਂ ਦੇਖ ਲੈਂਦੇ ਹਾਂ ਕੀ ਵਰਡ ਹੁੰਦਾ ਹੈ, ਇੱਕ ਵਾਰੀ ਚੈੱਕ ਕਰਦੇ ਹਾਂ। ਇੱਕ ਹੁੰਦੇ ਸਮੌਲ, ਇਹਨਾਂ ਦੇ ਫਲਾਵਰਸ ਕੀ ਹੈ? ਸਮੌਲ ਹੁੰਦੇ ਆ। ਅਤੇ ਇਹਨਾਂ ਦੇ ਫਲਾਵਰ ਕੋਈ ਵੀ ਫਰੇਗਰੈਂਸ ਵਗੈਰਾ, ਨੈਕਟਰ ਮਤਲਬ ਇੱਕ ਸ਼ਹਿਦ ਟਾਈਪ ਜਿਹਾ ਹੁੰਦਾ ਕਿ ਉਹ ਵੀ ਨਹੀਂ ਪ੍ਰੋਡਿਊਸ ਕਰਦੇ ਇਹ। ਅਤੇ ਜਿਹੜੇ ਪੋਲਨ ਗ੍ਰੇਨਸ ਹੁੰਦੇ ਆ ਉਹ ਕਾਫੀ ਲਾਰਜ ਕੁਆਂਟਿਟੀ ਵਿੱਚ ਜਾਂਦੇ ਆ ਅਤੇ ਮਤਲਬ ਬਹੁਤ ਪੋਲੀਨੇਸ਼ਨ ਹੁੰਦਾ ਇਹਦੇ ਵਿੱਚ, ਠੀਕ ਹੈ। ਇਹ ਪੋਲਨ ਗ੍ਰੇਨਸ ਜਿਹੜੇ ਹੁੰਦੇ ਆ ਲਾਈਟ ਹੁੰਦੇ ਆ, ਡਰਾਈ ਹੁੰਦੇ ਆ, ਅਤੇ ਸਮਵਟ ਕੀ ਹੈ ਆਰਾਮ ਨਾਲ ਵਿੰਡ ਨਾਲ ਇੱਕ ਜਗ੍ਹਾ ਦੂਜੀ ਜਗ੍ਹਾ ਮੂਵ ਵੀ ਕਰ ਜਾਂਦੇ ਆ, ਠੀਕ ਹੈ। ਅਤੇ ਜਿਹੜੇ ਸਟਿਗਮਾ ਹੁੰਦੀਆਂ, ਆਹ ਵਾਲੀ ਚੀਜ਼ ਇਹਦੀ ਬ੍ਰਾਂਚਡ ਹੁੰਦੀਆਂ, ਲਾਰਜ ਹੁੰਦੀਆਂ ਅਤੇ ਹੇਅਰੀ, ਮਤਲਬ ਕਿ ਪੋਲਨ ਗ੍ਰੇਨਸ ਨੂੰ ਈਜ਼ੀਲੀ ਕੈਚ ਕਰਨ ਵਿੱਚ ਹੈਲਪਫੁਲ ਹੁੰਦੀਆਂ, ਠੀਕ ਹੈ। ਨੈਕਸਟ ਆ ਗਿਆ ਵਾਟਰ ਪੋਲੀਨੇਸ਼ਨ। ਜਿਹੜੀ ਪੋਲੀਨੇਸ਼ਨ ਵਾਟਰ ਨਾਲ ਹੋਵੇ ਉਹਨੂੰ ਹਾਈਡਰੋਫਿਲੀ ਬੋਲਦੇ ਆ। ਅਤੇ ਜਿਹੜੇ ਵੀ ਫਲਾਵਰਸ ਇਕੁਐਟਿਕ ਪਲਾਂਟਸ ਹੁੰਦੇ ਆ ਜਿਵੇਂ ਕਿ ਵੈਸਲੀਨੀਆ, ਪੌਂਡਵੀਡ, ਇਹ ਸਾਰੇ ਕੀ ਹੈ ਪੋਲੀਨੇਟਡ ਕਿਵੇਂ ਹੁੰਦੇ ਆ? ਬਾਏ ਦਾ ਵਾਟਰ। ਵੀ ਵਾਟਰ ਦੇ ਥਰੂ, ਵਾਟਰ ਦੀ ਮੂਵਮੈਂਟ ਨਾਲ ਐਂਥਰ ਟੂ ਸਟਿਗਮਾ ਪਲਾਂਟ ਕੀ ਹੈ ਮੂਵ ਕਰ ਜਾਂਦਾ। ਤਾਂ ਇਹਨਾਂ ਦੇ ਫੀਚਰ ਕੀ ਹੈ? ਜਿਹੜੇ ਪੋਲਨ ਗ੍ਰੇਨਸ ਹੁੰਦੇ ਆ ਉਹ ਕਾਫੀ ਲਾਰਜ ਕੁਆਂਟਿਟੀ ਵਿੱਚ ਪ੍ਰੋਡਿਊਸ ਹੁੰਦੇ ਆ। ਤਾਂ ਜਿਹੜੇ ਹੁੰਦੇ ਆ ਮਤਲਬ ਚਾਂਸਿਸ ਹੁੰਦੇ ਆ ਕਿ ਉਹ ਸਟਿਗਮਾ ਤੱਕ ਪਹੁੰਚਣ, ਉਹ ਬੜੇ ਆਰਾਮ ਨਾਲ ਪਹੁੰਚ ਜਾਂਦੇ ਆ। ਪੋਲੀਨੇਸ਼ਨ ਦਾ ਪ੍ਰੋਸੈਸ ਬੜੇ ਆਰਾਮ ਨਾਲ ਹੋ ਜਾਂਦਾ ਹੈ। ਪੋਲਨ ਗ੍ਰੇਨਸ ਜਿਹੜੇ ਹੁੰਦੇ ਉਹ ਸਪੌਂਜਾ ਹੀ ਹੁੰਦੇ ਆ, ਮਤਲਬ ਆਰਾਮ ਨਾਲ ਇੱਕ ਜਗ੍ਹਾ ਦੂਜੀ ਜਗ੍ਹਾ ਮੂਵ ਕਰ ਜਾਂਦੇ ਐਂਡ ਵਾਟਰ ਰੈਜ਼ਿਸਟੈਂਸ, ਕਿ ਇਹ ਨਹੀਂ ਜੀ ਰਾਹ 'ਚ ਪਾਣੀ ਮਿਲ ਗਿਆ ਤਾਂ ਰੁਕ ਜੂਗਾ ਪਾਣੀ ਨਾਲ, ਉਹ ਪਾਣੀ ਨਾਲ ਕੀ ਬਹਿੰਦੇ ਰਹਿੰਦੇ ਆ ਅਤੇ ਇੱਕ ਐਂਥਰ ਤੋਂ ਲੈ ਕੇ ਸਟਿਗਮਾ ਤੱਕ ਮੂਵ ਆਰਾਮ ਨਾਲ ਕਰਦੇ ਰਹਿੰਦੇ ਆ। ਇਹ ਲਾਈਟ ਵੇਟ ਫਲਾਵਰਸ ਹੁੰਦੇ ਆ ਅਤੇ ਈਜ਼ੀਲੀ ਫਲੋਟ ਕਰ ਜਾਂਦੇ ਆ ਸਰਫੇਸ ਆਫ ਵਾਟਰ ਦੇ। ਇਹ ਸਮੌਲ ਹੁੰਦੇ ਆ, ਇਹ ਵਰਡ ਆਪਾਂ ਦੇਖ ਲਾਂਗੇ। ਮੇਲ ਅਤੇ ਜਿਹੜੇ ਫੀਮੇਲ ਫਲਾਵਰਸ ਹੈ ਇਹ ਅਲੱਗ ਕੀ ਹੈ ਫਲਾਵਰਸ ਵਿੱਚ ਬੋਰਨ ਹੁੰਦੇ ਆ, ਠੀਕ ਹੈ। ਨੈਕਸਟ ਆ ਗਿਆ ਪੋਲੀਨੇਸ਼ਨ ਬਾਈ ਇਨਸੈਕਟ। ਜਿਹੜੀ ਪੋਲੀਨੇਸ਼ਨ ਇਨਸੈਕਟ ਦੁਆਰਾ ਹੋਵੇ ਉਹਨੂੰ ਆਪਾਂ ਐਂਟੋਮੋਫਿਲੀ ਬੋਲਦੇ ਹਾਂ, ਠੀਕ ਹੈ। ਜਿਵੇਂ ਕਿ ਚਾਈਨਾ ਰੋਜ਼, ਜੈਸਮੀਨ, ਇਹ ਸਾਰਾ ਕੁਛ ਕਿ ਇਨਸੈਕਟ ਦੁਆਰਾ ਹੁੰਦੀ ਹੈ। ਜਿਵੇਂ ਕਿ ਬੀਜ਼, ਬਟਰਫਲਾਈ, ਮੌਥ, ਫਲਾਈਜ਼, ਮੱਖੀਆਂ ਵਗੈਰਾ, ਇਹਨਾਂ ਥਰੂ ਜਿਹੜੇ ਹੈਗੇ ਆ ਇਹ ਇੱਕ ਤੋਂ ਮਤਲਬ ਲੈਂਦੇ ਆ ਪੋਲਨ ਗ੍ਰੇਨ, ਐਂਥਰ ਤੋਂ ਲਿਆ ਇਹਦੀ ਸਟਿਗਮਾ ਤੱਕ ਛੱਡ ਆਉਂਦੇ ਆ, ਠੀਕ ਹੈ। ਇਹਦੇ ਫਲਾਵਰ ਜਿਹੜੇ ਹੁੰਦੇ ਜਨਰਲੀ ਵੱਡੇ ਫਲਾਵਰ ਹੁੰਦੇ ਆ, ਬ੍ਰਾਈਟ ਕਲਰ ਦੇ, ਕਾਫੀ ਵਧੀਆ ਕਲਰਸ ਦੇ ਫਲਾਵਰ ਹੁੰਦੇ ਆ। ਤਾਂ ਜਿਹੜੇ ਹੁੰਦੇ ਆ ਹੋਰ ਵੀ ਇਨਸੈਕਟ ਇਹਨਾਂ ਵੱਲ ਕਾਫੀ ਖਿੱਚੇ ਆਉਂਦੇ ਆ। ਜਿਹੜੇ ਸੈਪਲਸ ਅਤੇ ਪੈਟਲਸ ਹੁੰਦੇ ਆ ਮੇਨਲੀ ਡਿਵੈਲਪਡ ਹੁੰਦੇ ਆ, ਦੇਖੋ ਪ੍ਰੋਪਰਲੀ ਡਿਵੈਲਪਡ ਹੈ ਸਾਰੇ, ਪੱਤੀਆਂ ਵੀ ਆਹ ਵਾਲੀਆਂ ਅਤੇ ਫਲਾਵਰਸ ਵੀ ਪ੍ਰੋਪਰਲੀ ਡਿਵੈਲਪਡ ਹੁੰਦੇ ਆ। ਅਤੇ ਇਹਨਾਂ ਦੀ ਕੀ ਹੈ ਪਲੀਜ਼ੈਂਟ ਸੈਕ, ਮਤਲਬ ਜਿਹੜੀ ਸਮੈਲ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ। ਅਤੇ ਸਵੀਟ ਨੈਕਟਰ, ਅਤੇ ਮਤਲਬ ਜਿਹੜਾ ਸ਼ਹਿਦ ਜੋ ਉੱਪਰ ਹੁੰਦਾ ਇੱਕ ਲਿਕੁਇਡ ਟਾਈਪ ਹੁੰਦਾ ਉਹ ਵੀ ਕਾਫੀ ਮਿੱਠਾ ਹੁੰਦਾ, ਤਾਂ ਜੋ ਕਿ ਇਨਸੈਕਟ ਆਰਾਮ ਨਾਲ ਆ ਕੇ ਬੈਠੇ, ਉਹਨੂੰ ਚੂਸੇ ਅਤੇ ਚਲਾ ਜਾਵੇ, ਠੀਕ ਹੈ। ਇਹਨਾਂ ਜਿਹੜੇ ਪੋਲਨ ਗ੍ਰੇਨਸ ਹੁੰਦੇ ਉਹ ਰਫ ਹੁੰਦੇ, ਥੋੜ੍ਹੇ ਸਟਿਕੀ ਹੁੰਦੇ ਆ, ਤਾਂ ਕਿ ਇਹ ਜਿਹੜਾ ਆਊਟ ਗਰੋਥ ਹੁੰਦੀ ਹੈ ਜਿਹੜੀ ਇਹਨਾਂ ਦੀ ਇੱਥੋਂ ਥੋੜ੍ਹੇ ਤਿੱਖੇ ਹੁੰਦੇ ਆ ਵਾਲੇ, ਠੀਕ ਹੈ। ਥੋੜ੍ਹੀ ਤਿੱਖੀ ਗਰੋਥ ਹੁੰਦੀ ਇਹਨਾਂ ਦੀ। ਜਿਹੜੀ ਸਟਿਗਮਾ ਹੁੰਦਾ ਹੈ ਉਹ ਸਟਿਕੀ ਹੁੰਦਾ, ਰਫ ਹੁੰਦਾ, ਜਿਹਦੇ ਕਰਕੇ ਪੋਲਨ ਗ੍ਰੇਨਸ ਕੀ ਈਜ਼ੀਲੀ ਅਟੈਚਡ ਹੋ ਜਾਂਦੇ ਨਾਲ।